सत श्री अकाल जी। मैं आस करदा तुसी तंदुरुस्त होवोगे, ठीक ठाक होवोगे। अज कुछ गंभीर गल्लां करनियां क्योंकि जो हालात बनते जा रहे आ वो बड़े सीरीयस आ, गंभीर आ ते सानू उन्हां प्रति बड़े सुचेत रहना चाहिदा ते बड़ी गंभीरता नाल गल्लां नू सोचना चाहिदा। इस करके रूबरू होए आ। जो हालात 80 दे दहाके च बने सी, जदों इंदिरा गांधी उस वेले प्राइम मिनिस्टर सी, उस वेले भी फर्शीवाद या फासिज्म जिन्हों कहते आ उहदा दौर आया सी एक, ते वो फर्शीवाद दा फिर खात्मा कित्थे जाके होया 84 च उहने कलमीनेट एक नस्लकुशी दे वरतारे तो बाद किया, जिस नस्लकुशी च हर किसे इस स्ट्रक्चर च कोई भी छोटी भी यूनिट आ जिहड़ा इस पूरे स्ट्रक्चर च, इस देश के स्ट्रक्चर च उन्होंने भाग लिया, उन्होंने पार्टिसिपेट किया। ते उस वेले सिखां नूं दरिंदगी नाल मारिया गया, लब लब मारिया गया, गलां च साडे टायर पाए गए, है ना, जलाए गए, पेट्रोल पाए गए। सो वो हालात 80 दे दहाके च वापरे सी। अज जिहड़े हालात बनते जा रहे आ ये उस तरह के हालात आए। तनाव ते टकराव जिहड़ा पैदा हो रहा ना, ਅਸੀਂ ਇਹਨਾਂ ਗੱਲਾਂ ਨੂੰ बड़े गंभीरता ਨਾਲ ਵਿਚਾਰੀਏ। ਔਰ ਇੱਕ ਜਸਟਿਸ ਚੰਦਰਚੂੜ ਦੀ ਸਟੇਟਮੈਂਟ ਆਈ ਸੀ ਸੁਪਰੀਮ ਕੋਰਟ ਦੇ ਜੱਜ ਆ ਵੀ ਇਹ ਡਿਊਟੀ ਬਣ ਜਾਂਦੀ ਆ ਇੰਟੈਲੈਕਚੁਅਲਸ ਦੀ ਜਾਂ ਕੁਛ ਉਹਨਾਂ ਬੰਦਿਆਂ ਦੀ ਜਿਹੜੇ ਕੁਛ ਗੱਲ ਨੂੰ ਸਮਝਦੇ ਆ ਜਾਂ ਇਸ ਸਿਵਲ ਸੁਸਾਇਟੀ 'ਚ ਰਹਿੰਦੇ ਹੋਏ ਕੁਛ ਬੰਦਿਆਂ ਦੀ ਵੀ ਜਦੋਂ ਸਟੇਟ ਸਾਡੇ ਤੇ ਜ਼ੁਲਮ ਕਰਦੀ ਆ ਜਾਂ ਸਟੇਟ ਟੈਰਰ ਕ੍ਰੀਏਟ ਕਰਦੀ ਆ ਸਾਡੇ ਮਨਾਂ 'ਚ, ਤਾਂ ਫਿਰ ਅਸੀਂ ਅੱਗੇ ਆ ਕੇ ਬੋਲੀਏ, ਆਵਾਜ਼ ਬੁਲੰਦ ਕਰੀਏ ਤੇ ਫਿਰ ਸਟੇਟ ਨੂੰ ਇਹਨਾਂ ਕੰਮਾਂ ਤੋਂ ਰੋਕੀਏ। ਇਹ ਡਿਊਟੀ ਬਣ ਜਾਂਦੀ ਆ। ਸੋ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਇੱਕ ਜਿਹੜੇ ਜੱਜ ਆ, ਵਨ ਆਫ ਦ ਸੀਨੀਅਰ ਮੋਸਟ ਜਸਟਿਸ ਚੰਦਰਚੂੜ ਨੇ ਵੀ ਇਹ ਸਟੇਟਮੈਂਟ ਦਿੱਤੀ ਸੀ। ਹੁਣ ਜੇ ਆਪਾਂ ਅੱਜ ਜਿਹੜੀ ਗੱਲ ਕਰਨੀ ਆ ਉਹ ਗੱਲ ਕਰਨੀ ਆ ਲਖੀਮਪੁਰ ਤੋਂ ਸ਼ੁਰੂ, ਜਾਂ ਉਦੋਂ ਪਹਿਲਾਂ ਆਪਾਂ ਇਹ ਕਹਿ ਲਈਏ ਵੀ BD ਪਾਂਡੇ ਇੱਕ ਗਵਰਨਰ ਸੀ ਪੰਜਾਬ ਦੇ, ਇਨ ਦ ਸਰਵਿਸ ਆਫ ਫ੍ਰੀ ਇੰਡੀਆ। ਉਹਨਾਂ ਨੇ ਕਿਤਾਬ ਲਿਖੀ ਤੇ ਉਸ ਕਿਤਾਬ ਨੂੰ 5 ਸਾਲਾਂ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਪਬਲਿਸ਼ ਕੀਤਾ। ਜੇ ਤੁਸੀਂ ਉਹਦੇ ਨੋਟਸ ਪੜ੍ਹੋਗੇ ਉਹਦੇ 'ਚ ਬੜਾ ਕਲੀਅਰ ਕੱਟ ਉਹਨਾਂ ਨੇ ਇਹ ਲਿਖਿਆ ਹੋਇਆ ਵੀ 80 ਦੇ ਦਹਾਕੇ 'ਚ ਇੰਦਰਾ ਗਾਂਧੀ ਨੇ, ਇੰਡੀਅਨ ਸਟੇਟ ਨੇ ਤੇ ਕੁਛ ਉਸ ਵੇਲੇ ਦੀ ਪ੍ਰੈਸ ਨੇ ਸਿੱਖਾਂ ਦੇ ਅਗੇਂਸਟ ਮੈਜੋਰਿਟੀ ਨੂੰ, ਮੈਜੋਰਿਟੀ ਕੌਣ ਆ ਹੁਣ ਇਸ ਦੇਸ਼ 'ਚ, ਮੈਜੋਰਿਟੀ ਨੂੰ ਭੜਕਾਇਆ, ਸਿੱਖਾਂ ਨੂੰ ਬਦਨਾਮ ਕੀਤਾ, ਸਿੱਖਾਂ ਨੂੰ ਟਾਰਗੇਟ ਕੀਤਾ। ਤੇ ਫਿਰ ਗੱਲ ਕਿੱਥੇ ਜਾ ਕੇ ਰੁਕੀ ਹੈ ਸਾਨੂੰ ਸਭ ਨੂੰ ਪਤਾ। ਫਿਰ ਅਸੀਂ ਘੱਲੂਘਾਰਾ ਵੀ ਸਹਿਆ ਤੇ ਅਸੀਂ ਸਾਡੀ ਨਸਲਕੁਸ਼ੀ ਵੀ ਸਹੀ। ਅੱਜ ਗੱਲ ਕਿੱਥੇ ਆ ਰਹੀ ਆ? ਜਿਹੜੀ ਅੱਜ ਸਰਕਾਰ ਨਾਲ ਸਾਡਾ ਮੱਥਾ ਲੱਗਿਆ BJP ਨਾਲ, ਇਹ ਵੀ ਕੋਈ ਨਾਰਮਲ ਸਰਕਾਰ ਨਹੀਂ ਆ ਵੀ ਵਿੱਚ ਕੋਈ ਜਿਵੇਂ ਨਾਰਮਲ ਇੱਕ ਪਾਰਲੀਮੈਂਟਰੀ ਸਪੇਸ ਦੀ ਕੋਈ ਸਰਕਾਰ ਹੋਵੇ ਤੇ ਉਸ ਸਰਕਾਰ ਨਾਲ ਅਸੀਂ ਖਹਿ ਰਹੇ ਹੋਈਏ ਜਾਂ ਮੱਥਾ ਲਾ ਰਹੇ ਹੋਈਏ। ਇਹ ਵੀ ਇੱਕ ਫਾਸਿਸਟ ਮੈਂ ਫੇਰ ਕਹਿੰਦਾ ਫਰਸ਼ੀਵਾਦ ਜਿਹੜਾ ਉਹ ਕ੍ਰੀਏਟ ਕਰ ਰਹੀ ਆ, ਉਹਨੂੰ ਦਿਨ ਬ ਦਿਨ ਇੱਥੇ ਪੈਦਾ ਕੀਤਾ ਜਾ ਰਿਹਾ। ਤੇ ਇਸ BJP ਸਰਕਾਰ ਨੇ ਫਾਸਿਸਟ ਕੌਨਸਟੀਟਿਊਂਸੀ ਆਪਦੀ ਪੈਦਾ ਕਰ ਲਈ। ਤੇ ਹੋ ਕੀ ਰਿਹਾ? ਹੋ ਇਹ ਰਿਹਾ ਵੀ ਲਖੀਮਪੁਰ ਜਿਹੜੇ ਢੰਗ ਨਾਲ ਸਾਡੇ ਬੰਦੇ ਅਕਾਲ ਚਲਾਣਾ ਕਰ ਗਏ, ਇਹਨਾਂ ਨੇ ਸਾਡੇ ਬੰਦੇ ਗੱਡੀਆਂ ਹੇਠਾਂ ਦੇ ਕੇ ਮਾਰੇ ਤੇ ਫਿਰ ਮੀਡੀਆ ਕਿਵੇਂ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਕ ਸਾਡੇ ਉੱਥੇ ਮੁੰਡੇ ਨੇ ਟੀ-ਸ਼ਰਟ ਪਾਈ ਸੀ ਜਿਹਦੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸੀ। ਅਸੀਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਸਾਨੂੰ ਫਿਰ ਉਸੇ ਤਰ੍ਹਾਂ ਟੈਰਰਿਸਟ ਕਹਿ ਕੇ ਪ੍ਰੋਜੈਕਟ ਕਰ ਰਹੇ ਆ। ਜਿਹੜੇ ਸ਼ਖਸੀਅਤ ਨੂੰ ਦਰਬਾਰ ਸਾਹਿਬ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਜਰਨੈਲ, 20ਵੀਂ ਸਦੀ ਦਾ ਸ਼ਹੀਦ, ਇੱਕ ਮਹਾਨ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੋਵੇ, ਜਦੋਂ ਦਰਬਾਰ ਸਾਹਿਬ 'ਚ ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਦੀ, ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਗ੍ਹਾ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਵੀ ਜਗ੍ਹਾ ਬਣੀ ਆ। ਇਹਦਾ ਮਤਲਬ ਸਾਰੀ ਸਿੱਖ ਕੌਮ ਨੇ ਉਹਨਾਂ ਨੂੰ, ਜਾਂ ਪੰਜਾਬ ਨੇ ਉਹਨਾਂ ਨੂੰ ਸੰਤ ਦਾ ਦਰਜਾ ਦੇ ਕੇ ਤੇ ਉਹਨਾਂ ਨੂੰ ਇਸ ਗੱਲ ਨਾਲ ਨਵਾਜ਼ਿਆ ਵੀ ਇਹ 20ਵੀਂ ਸਦੀ ਦਾ ਇੱਕ ਮਹਾਨ ਸ਼ਹੀਦ ਆ ਸਾਡੇ। ਹੁਣ ਜੇ ਤੁਸੀਂ ਇਹ ਕਹੋ ਵੀ ਉਹ ਟੈਰਰਿਸਟ ਆ, ਫਿਰ ਤਾਂ ਅਸੀਂ ਸਾਰੇ ਟੈਰਰਿਸਟ ਹੋ ਗਏ।
ਫਿਰ ਸਾਨੂੰ ਐਲਾਨੀ ਜਾਓ ਤੁਸੀਂ ਦੇਸ਼ ਵਿਰੋਧੀ। ਤੁਹਾਡਾ ਕੰਮ ਇਹ 80s 'ਚ ਵੀ ਇਹਨਾਂ ਨੇ ਇਹੀ ਕੰਮ ਕੀਤਾ ਸੀ, ਹੁਣ ਵੀ ਇਹੀ ਕੰਮ ਕਰ ਰਹੇ ਆ। ਸਾਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਸਵਾਲ ਖੜਾ ਕਰਕੇ ਸਾਨੂੰ ਉਹਦੇ 'ਚ ਮਾੜਾ ਬਣਾ ਕੇ ਤੇ ਸਾਡੇ ਨਾਲ ਮੁੜ ਕੇ ਜੋ ਧੱਕੇ ਕਰਦੇ ਆ ਜਾਂ ਸਿਸਟਮ 'ਚ ਸਾਡੇ ਵਿਰੁੱਧ ਇੱਕ ਜਿਹੜਾ ਜੈਨੋਸਾਈਡ ਇਨਸਟਿੰਕਟ ਪੈਦਾ ਕੀਤੀ ਜਾਂਦੀ ਆ, ਉਹ 80s 'ਚ ਅਸੀਂ ਭੁਗਤ ਚੁੱਕੇ ਆ ਤੇ ਅੱਜ ਫੇਰ ਉਧਰ ਨੂੰ ਜਾ ਰਹੀ ਆ ਗੱਲ। ਇਸ ਕਰਕੇ ਸਾਡੀ ਸਭ ਤੋਂ ਵੱਡੀ ਜ਼ਰੂਰਤ ਬਣ ਜਾਂਦੀ ਆ ਜਿਹੜੇ ਸਾਡੇ ਸਿੱਖ ਸਕਾਲਰ ਆ ਜਾਂ ਜਿਹੜੇ ਸਾਡੇ ਪੰਜਾਬ ਦੇ ਇੰਟੈਲੈਕਚੁਅਲਸ ਆ ਜਾਂ ਸਾਡੇ ਉਹ ਬੰਦੇ ਸਿਵਲ ਸੁਸਾਇਟੀ ਦੇ ਜਿਹੜੇ ਪੰਜਾਬ ਤੋਂ ਬਾਹਰ ਵੀ ਬੈਠੇ ਆ, ਜਿਹੜੇ ਇਹ ਗੱਲ ਮੰਨਦੇ ਆ ਵੀ ਇੱਥੇ ਜਿਹੜੀ ਡਾਈਵਰਸਿਟੀ ਆ ਇਸ ਦੇਸ਼ 'ਚ, ਵਿਆਪਕਤਾ, ਇਹਨੂੰ ਰੱਖ ਕੇ ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ। ਉਹਨਾਂ ਬੰਦਿਆਂ ਦੀ ਡਿਊਟੀ ਬਣ ਜਾਂਦੀ ਆ ਵੀ ਅਸੀਂ ਸਿਰ ਜੋੜ ਕੇ ਬੈਠੀਏ, ਇਸ ਪੂਰੇ ਮਾਹੌਲ ਨੂੰ ਵਿਚਾਰੀਏ, ਇਸ ਤਣਾਅ ਤੇ ਟਕਰਾਅ ਜਿਸ ਤਰ੍ਹਾਂ ਪੈਦਾ ਕੀਤਾ ਜਾ ਰਿਹਾ ਇਸ ਗੱਲ ਨੂੰ ਸਮਝੀਏ ਤੇ ਫਿਰ ਇਹਦੇ ਤੇ ਬ੍ਰੇਨਸਟਾਰਮ ਕਰਕੇ ਕੋਈ ਹੱਲ ਕੱਢੀਏ। ਨਹੀਂ ਤਾਂ ਜਿੱਧਰ ਨੂੰ ਗੱਲ ਜਾ ਰਹੀ ਆ, ਤੁਸੀਂ ਵੇਖੋ ਲਖੀਮਪੁਰ 'ਚ ਬੰਦੇ ਇਹਨਾਂ ਨੇ ਮਾਰੇ। ਟੈਰਰ ਇਹ ਕ੍ਰੀਏਟ ਕਰਦੇ ਆ ਸਾਡੇ ਮਨਾਂ 'ਚ, ਇਹ ਟੈਰਰ ਕ੍ਰੀਏਟ ਕਰਦੇ ਆ। ਟੈਰਰ ਕੀ ਕ੍ਰੀਏਟ ਕਰਦੇ ਆ? ਇਹਨਾਂ ਨੇ ਗੱਡੀਆਂ ਨੂੰ ਹਥਿਆਰ ਵਜੋਂ ਵਰਤਿਆ ਤੇ ਜਮਾਂ ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਜਦੋਂ ਸਾਡੇ ਬੰਦੇ ਮੁਜ਼ਾਹਰਾ ਕਰਕੇ ਆਪਦਾ ਵਾਪਸ ਜਾ ਰਹੇ ਸੀ, ਉਹਨਾਂ ਦੇ ਉੱਤੋਂ ਦੀ ਗੱਡੀਆਂ ਚੜਾਤੀਆਂ। ਸੋ ਟੈਰਰਿਸਟ ਕੀ ਹੁੰਦਾ? ਟੈਰਰਿਸਟ ਉਹੀ ਹੁੰਦਾ ਨਾ ਜਿਹੜਾ ਲੋਕਾਂ ਦੇ ਮਨਾਂ 'ਚ ਟੈਰਰ ਕ੍ਰੀਏਟ ਕਰਦਾ। ਇਹ ਤਾਂ ਸਰਕਾਰ ਦੇ ਬੰਦੇ ਕਰ ਰਹੇ ਆ। 2 ਦਿਨ ਪਹਿਲਾਂ ਉਹ ਮੁੰਡਾ ਜਿਹੜਾ ਮੰਤਰੀ ਦਾ, ਉਹ ਦਿੱਲੀ ਕਿਸੇ ਫੰਕਸ਼ਨ 'ਚ ਚੀਫ ਗੈਸਟ ਸੀ, ਅੱਜ ਉੱਥੇ ਪੁੱਛਗਿੱਛ ਲਈ ਚਲਾ ਗਿਆ। ਉਹਦੀ FIR ਪੜ੍ਹ ਲਓ, ਇੰਨੀ ਵੀਕ FIR ਆ। ਬੀਇੰਗ ਅ ਲਾਇਰ ਆਮ ਟੈਲਿੰਗ ਯੂ, ਇੰਨੀ ਵੀਕ FIR ਆ ਵੀ ਉਹਦੇ ਤੇ ਕਨਵਿਕਸ਼ਨ ਹੋ ਹੀ ਨਹੀਂ ਸਕਦੀ। ਤੇ ਜਮਾਂ ਐਵੀਡੈਂਸ ਸਾਹਮਣੇ ਪਿਆ, ਜਮਾਂ ਕਲੀਅਰ ਕੱਟ ਗੱਲ ਆ ਵੀ ਸਾਡੇ ਬੰਦੇ ਇਹਨਾਂ ਨੇ ਕਿਸੇ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਜਾ ਕੇ ਮਾਰੇ। ਸੋ ਅਸੀਂ ਜਿਹੜੀ ਸਰਕਾਰ ਨਾਲ ਪੰਗਾ ਲਈ ਬੈਠੇ ਆ ਨਾ, ਉਹ ਸਰਕਾਰ ਇੱਕ ਫਾਸਿਸਟ ਸਰਕਾਰ ਆ, ਇੱਕ ਫਰਸ਼ੀਵਾਦੀ ਸਰਕਾਰ ਆ। ਇਹਦੇ ਖਿਲਾਫ ਜਦੋਂ ਲੜਨਾ, ਸਾਡੇ ਆਗੂਆਂ ਨੂੰ ਵੀ ਮੇਰੀ ਬੇਨਤੀ ਆ, ਤੁਸੀਂ ਮੇਰੀਆਂ ਗੱਲਾਂ ਨੂੰ ਹਰ ਵਾਰ ਨੈਗੇਟਿਵ ਵੇ 'ਚ ਲੈ ਜਾਂਦੇ ਹੋ। ਮੇਰੀ ਬੇਨਤੀ ਆ ਤੁਹਾਨੂੰ ਵੀ ਹੁਣ ਤਾਂ ਅਸੀਂ ਕਿਸੇ ਨੂੰ ਪ੍ਰਵੋਕ ਨਹੀਂ ਕੀਤਾ ਸੀ, ਹੁਣ ਤੱਕ ਕਿਸੇ ਤਰ੍ਹਾਂ ਦਾ ਭੜਕਾਹਟ ਨਹੀਂ ਸੀ, ਨਾ ਕੋਈ ਸਾਡਾ ਬੰਦਾ ਵਾਇਲੈਂਸ ਕਰ ਰਿਹਾ ਸੀ। ਹੁਣ ਤਾਂ ਅਸੀਂ ਜਮਾਂ ਨਾਨ ਵਾਇਲੈਂਟ ਜਾਬਤੇ 'ਚ ਸੀ ਤੇ ਫਿਰ ਵੀ ਸਾਨੂੰ ਮਾਰ ਗਏ। ਸਾਡੇ ਤੇ ਪਹਿਲਾਂ ਸਾਡੇ ਆਗੂਆਂ ਦੇ ਮੂੰਹੋਂ ਇਹਨਾਂ ਨੇ ਇਹ ਗੱਲਾਂ ਕਹਾਈਆਂ ਵੀ ਨਿਸ਼ਾਨ ਸਾਹਿਬ ਲਾ ਦਿਓ, ਨਿਹੰਗ ਸਿੰਘ ਜਥੇਬੰਦੀਆਂ ਵਾਪਸ ਚਲੀਆਂ ਜਾਣ ਉੱਥੋਂ। ਇਸ ਗੱਲ ਤੋਂ ਬਾਅਦ ਅਗਲੀ ਗੱਲ ਇਹਨਾਂ ਨੇ ਕਹੀ ਜਦੋਂ ਸਾਡੇ ਨਿਸ਼ਾਨ ਸਾਹਿਬ ਨੂੰ, ਫਿਰ ਇਹਨਾਂ ਨੇ ਇਹ ਕਿਹਾ ਦੇਖੋ ਖਾਲਿਸਤਾਨ ਦਾ ਝੰਡਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਕਿਵੇਂ ਸਾਡੇ ਵਿਰੁੱਧ ਗੱਲਾਂ ਪੈਦਾ ਕੀਤੀਆਂ ਜਾਂਦੀਆਂ। ਫਿਰ ਅਗਲੀ ਗੱਲ 26 ਜਨਵਰੀ ਨੂੰ ਇੱਕ ਐਕਸਪ੍ਰੈਸ਼ਨ ਜ਼ਾਹਰ ਕੀਤਾ ਅਸੀਂ, ਜਦੋਂ ਇੱਕ ਖਾਲੀ ਪੋਲ ਤੇ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਾਇਆ, ਉਦੋਂ ਇਹ ਗੱਲ ਪ੍ਰਚਾਰੀ ਗਈ ਵੀ ਤੁਹਾਡੇ ਤੇ ਤਾਂ ਨਸਲਕੁਸ਼ੀ ਹੋ ਜਾਣੀ ਸੀ, ਵੀ ਜਦੋਂ ਤੁਸੀਂ ਝੰਡੇ ਜਾ ਕੇ ਹਾਈ ਕੋਰਟ ਤੇ ਲਾ ਦਿੰਦੇ ਹੋ ਤਾਂ ਇੱਕ ਇਸ ਦੇਸ਼ ਦਾ ਜਿੱਥੇ ਕਾਨੂੰਨ ਨੂੰ ਪ੍ਰੋਟੈਕਟ ਕੀਤਾ ਜਾਂਦਾ ਇੰਸਟੀਟਿਊਸ਼ਨ ਆ, ਉੱਥੇ ਤੁਹਾਡੇ ਤੇ ਤਾਂ ਨਸਲਕੁਸ਼ੀ ਦਾ ਸਵਾਲ ਨਹੀਂ ਖੜਾ ਹੁੰਦਾ। ਜਦ ਤੁਸੀਂ ਜਦੋਂ ਬੰਦਿਆਂ ਨੂੰ ਮਾਰਦੇ ਹੋ, ਤੁਹਾਡੇ ਤੇ ਨਸਲਕੁਸ਼ੀ ਦਾ ਸਵਾਲ ਨਹੀਂ ਖੜਾ ਹੁੰਦਾ ਤੇ ਸਾਡੇ ਤੇ ਹੀ ਨਸਲਕੁਸ਼ੀ ਦਾ ਸਵਾਲ ਖੜਾ ਹੋਣਾ। ਫਿਰ ਤੁਸੀਂ ਦੱਸੋ ਵੀ ਸਾਡੀ ਵਫਾਦਾਰੀ ਕਿਹਦੇ ਪ੍ਰਤੀ ਹੋਣੀ ਚਾਹੀਦੀ ਆ? ਹੁਣ ਜੇ ਤੁਸੀਂ ਸਾਨੂੰ ਦੇਸ਼ ਵਿਰੋਧੀ ਐਲਾਨਣਾ, ਐਲਾਨੀ ਜਾਓ, ਮਾਰੀ ਜਾਓ ਸਾਨੂੰ, ਫਿਰ ਇਹੀ ਕੰਮ ਕਰ ਸਕਦੇ ਹੋ।